ਐਤਵਾਰ ਦਾ ਦਿਨ ਹੋਣ ਕਾਰਨ ਮੈਂ ਘਰੇਲੂ ਕੰਮਾਂ 'ਚ ਰੁੱਝਿਆ ਸੀ ਕਿ ਫੋਨ ਦੀ ਘੰਟੀ ਵੱਜੀ। ਤਾਂ ਵੇਖਿਆ ਮੇਰਾ ਦੋਸਤ ਕਸ਼ਮੀਰ ਸੀ। ਹੈਲੋ ਕਰਦਿਆਂ ਸਵਾਲ ਸੀ, ਘਰੇ ਹੀ ਹੋ ਨਾ? ਮੇਰੇ ਜਵਾਬ ਤੋਂ ਪਹਿਲਾਂ ਹੀ ਅਗਲਾ ਸਵਾਲ, ਕਿਤੇ ਜਾਣ ਦਾ ਪ੍ਰੋਗਰਾਮ ਤੇ ਨਹੀਂ? ਮੈਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਉਹ ਕਾਹਲੀ ਵਿੱਚ ਆ ਤੇ ਪਰੇਸ਼ਾਨ ਵੀ। ਮੈਂ ਇੱਕੋ ਸਾਹੇ ਦੋਹਾਂ ਸਵਾਲਾਂ ਦਾ ਜਵਾਬ ਮੋੜਿਆ, ਘਰੇ ਹੀ ਆ ਸਾਰਾ ਦਿਨ। ਅਗਲੀ ਗੱਲ ਸੀ, ਬਸ ਹੁਣੀ ਆਇਆ, ਚਾਹ ਰਖਵਾ ਲੈ। ਮੈਂ ਸਮਝ ਗਿਆ ਕਿ ਨੇੜੇ ਹੀ ਹੋਊ। ਮੈਂ ਪਤਨੀ ਨੂੰ ਦੱਸਿਆ ਕਿ ਸ਼ਾਹਾਂ ਦਾ ਕਸ਼ਮੀਰਾ ਆ ਰਿਹਾ ਹੁਣੇ। ਕਿਆਰੀ 'ਚੋਂ ਤੋੜਿਆ ਪੂਦਨਾ ਰਸੋਈ 'ਚ ਰੱਖ ਕੇ ਹੱਥ ਪੈਰ ਧੋਣ ਲਈ ਮੈਂ ਵਾਸ਼ਰੂਮ ਜਾ ਵੜਿਆ। ਅਜੇ ਤੌਲੀਆ ਹੀ ਵਰਤ ਰਿਹਾ ਸੀ ਕਿ ਗੇਟ ਬੈਲ ਬੋਲ ਪਈ। ਮੈਂ ਸਮਝ ਗਿਆ ਕਿ ਕਸ਼ਮੀਰ ਹੀ ਹੋਣਾ ਹੈ, ਪਰ ਇੰਨੀ ਕਾਹਲੀ ਮੇਰੀ ਸਮਝ ਤੋਂ ਬਾਹਰ ਸੀ। ਕਸ਼ਮੀਰਾ ਬਚਪਨ ਤੋਂ ਮੇਰਾ ਆੜੀ ਹੈ ਤੇ 10ਵੀਂ ਤੱਕ ਜਮਾਤੀ ਰਿਹਾ। ਮੈਂ ਕਾਲਜ ਚਲਾ ਗਿਆ, ਪਰ ਉਸਦੇ ਬਾਪੂ ਨੇ ਖੇਤੀ ਲਾ ਲਿਆ। ਬਾਅਦ ਵਿੱਚ ਉਹ ਹੋਰ ਕਾਰੋਬਾਰ ਵੀ ਕਰਨ ਲੱਗ ਪਿਆ, ਪਰ ਅੱਖਰੀ ਕਮਜ਼ੋਰੀ ਕਾਰਨ ਵੱਡਾ ਕਾਰੋਬਾਰੀ ਨਾ ਬਣ ਸਕਿਆ। ਖੈਰ, ਮੇਰੇ ਕੋਲ ਆ ਕੇ ਇੱਧਰ ਉੱਧਰ ਦੀਆਂ ਮਾਰਦਾ ਰਿਹਾ, ਪਰ ਅੱਜ ਕਾਲੀ ਵਿੱਚ ਆਉਣ ਵਾਲੇ ਮੁੱਦੇ ਤੇ ਆਉਣ ਤੋਂ ਝਿਜਕ ਰਿਹਾ ਸੀ। ਤਾੜ ਤਾਂ ਮੈਂ ਵੀ ਲਿਆ ਸੀ, ਪਰ ਸੋਚਿਆ ਆਪੇ ਹੀ ਦੱਸੂ। ਚਾਹ ਪੀਣ ਤੋਂ ਬਾਅਦ ਅੱਜ ਉਸਨੇ ਪਹਿਲਾਂ ਵਾਂਗ ਨਾਸ਼ਤੇ ਤੋਂ ਨਾ ਕੀਤੀ। ਟੇਬਲ ਤੋਂ ਪਾਸੇ ਹੋ ਕੇ ਉਸਨੂੰ ਅਸਲ ਮੁੱਦੇ ਤੇ ਲਿਆਉਣ ਲਈ ਮੈਂ ਜਾਣ ਕੇ ਛੇੜਿਆ, ਝੋਨੇ ਦੀ ਲਵਾਈ ਮੁਕਾ ਲਈ? ਕਹਿੰਦਾ, ਕਿੱਥੇ ਭਰਾਵਾ, ਲੇਬਰ ਨਹੀਂ ਮਿਲਦੀ। ਕਰੋਨੇ ਕਾਰਨ ਸਾਰੀ ਲੇਬਰ ਬਿਹਾਰ ਤੇ ਯੂਪੀ ਚਲੇ ਗਈ। ਆਖਰ ਜਕਦਾ ਬੋਲ ਪਿਆ, ਕਹਿੰਦਾ, ਹਰਮੀਤ ਸਿਆਂ, ਯਾਰ ਮਾਰ ਕੀ ਹੁੰਦਾ ਹੈ? ਮੈਂ ਸੋਚਿਆ ਤੇਰੇ ਤੋਂ ਜ਼ਿਆਦਾ ਕਿਹਨੂੰ ਪਤਾ ਹੋਊ। ਮੈਂ ਸਹਿਜੇ 'ਚ ਕਿਹਾ ਕਿ ਅਸਲ ਭਾਵ ਤਾਂ ਇਸਦਾ ਕਾਫੀ ਡੂੰਘਾ, ਪਰ ਲੋਕ ਇਸ ਨੂੰ ਆਪਣੇ ਮੌਕੇ ਅਨੁਸਾਰ ਵਰਤ ਲੈਂਦੇ ਆ। ਮੌਕੇ ਵਾਲੀ ਗੱਲ ਸੁਣ ਕੇ ਉਸਦੇ ਕੰਨ ਹੋਰ ਖੜੇ ਹੋ ਗਏ। ਕਹਿੰਦਾ, ਕਤਲ ਕੁਤਲ ਦਾ ਸੰਬੰਧ ਵੀ ਆ ਇਸ ਦੇ ਨਾਲ? ਮੇਰੇ ਮੂੰਹੋਂ ਸੁਭਾਈਕੀ ਨਿਕਲ ਗਿਆ, ਹਾਂ ਕਹਿ ਸਕਦੇ ਆ। ਜੇ ਯਾਰ ਜਾਨੋਂ ਨਾ ਵੀ ਮਰੇ ਤਾਂ ਮਰਿਆਂ ਵਰਗਾ ਜ਼ਰੂਰ ਹੋ ਜਾਂਦਾ। ਮੈਨੂੰ ਲੱਗਿਆ ਕਿ ਉਹ ਹੁਣ ਖੁੱਲ੍ਹ ਕੇ ਦੱਸੂ ਇਹੋ ਜੀ ਕੀ ਗੱਲ ਹੋ ਗਈ। ਕਹਿੰਦਾ, ਸ਼ੈਲਰ ਲਾਉਣ ਲੱਗੇ ਆ ਰੋਡੇ ਕੇ ਸੁੱਖੇ ਹੁਰਾਂ ਦੇ ਨਾਲ ਰਲ ਕੇ। ਮੈਂ ਕਿਹਾ, ਇਹ ਤੇ ਚੰਗੀ ਗੱਲ ਆ, ਪਰ ਉਸ ਨਾਲ ਇਹ ਯਾਰ ਮਾਰ ਦਾ ਕੀ ਸਬੰਧ? ਕਹਿੰਦਾ, ਸੁੱਖਾ ਅੱਜ ਗੁਰਦੁਆਰੇ ਲੈ ਗਿਆ ਸੀ ਤੇ ਅਰਦਾਸ ਕਰਕੇ ਕਹਿੰਦਾ, ਬਾਬਾ ਜੀ ਸਾਨੂੰ ਯਾਰ ਮਾਰ ਤੋਂ ਬਚਾਇਓ। ਹੁਣ ਮਾਮਲਾ ਮੇਰੀ ਸਮਝ ਵਿੱਚ ਆ ਗਿਆ ਸੀ ਕਿ ਸੁੱਖੇ ਨੇ ਇਸ ਨੂੰ ਗੁਰੂ ਮੂਹਰੇ ਲਿਜਾ ਕੇ ਸਾਂਝੇ ਕਾਰੋਬਾਰ ਨੂੰ ਇਮਾਨਦਾਰੀ ਨਾਲ ਚਲਾਉਣ ਦੀ ਕਸਮ ਆਪ ਚੁੱਕੀ ਤੇ ਇਸ ਨੂੰ ਚੁਕਾਈ ਸੀ। ਮੈਂ ਉਸਨੂੰ ਥੋੜੇ ਸ਼ਬਦਾਂ ਦੇ ਵਿੱਚ ਸਮਝਾਉਣ ਦਾ ਯਤਨ ਕਰ ਰਿਹਾ ਸੀ, ਪਰ ਉਸਦੇ ਖਾਨੇ ਵਿੱਚ ਪਤਾ ਨਹੀਂ ਕਿੱਥੋਂ ਕਤਲ ਪੈ ਗਿਆ ਜੋ ਨਿਕਲ ਨਹੀਂ ਸੀ ਰਿਹਾ। ਅਚਾਨਕ ਮੇਰੇ ਫੋਨ ਤੇ ਬਠਿੰਡਿਓਂ ਜੱਸੀ ਦੀ ਵੀਡੀਓ ਕਾਲ ਆ ਗਈ। ਯਕੀਨ ਨਾ ਆਵੇ ਕਿ ਇਹ ਉਹੀ ਜੱਸੀ ਆ ਜਿਹਦਾ ਰੰਗ ਰੂਪ 5-7 ਸਾਲ ਪਹਿਲਾਂ ਡੁੱਲ ਪੈਂਦਾ ਹੁੰਦਾ ਸੀ। ਖਾ ਲਿਆ ਵਿਚਾਰੀ ਨੂੰ ਧੋਖੇ ਨੇ। ਧੋਖੇ ਵਾਲੀ ਗੱਲ ਜ਼ਿਹਨ 'ਚ ਆਉਂਦੇ ਸਾਰ ਹੀ ਮੈਂ ਕਸ਼ਮੀਰੇ ਨੂੰ ਕਿਹਾ, ਲੈ ਬਈ, ਯਾਰ ਮਾਰ ਦੀ ਉਦਾਹਰਣ ਤੈਨੂੰ ਇਸ ਤੋਂ ਚੰਗੀ ਨਹੀਂ ਮਿਲਣੀ। ਬਸ ਆਹ ਕੁੜੀ ਦੇ ਮੂੰਹੋਂ ਹੀ ਸਾਰੀ ਗੱਲ ਸੁਣ ਲੈ ਤੇ ਆਪੇ ਸਮਝ ਜਾਏਗਾ ਕਿ ਯਾਰ ਮਾਰ ਕੀ ਹੁੰਦੀ ਹੈ। ਅੰਕਲ, ਮੈਂ ਬਠਿੰਡੇ ਜ਼ਿਲ੍ਹੇ ਦੇ
ਚੰਗੇ ਖਾਂਦੇ ਪੀਂਦੇ ਘਰ ਵਿੱਚ ਵੱਡੀ ਭੈਣ ਤੋਂ 2 ਸਾਲ ਬਾਅਦ ਜਨਮੀ ਸੀ। ਅਭਾਗਣ ਇਸ ਕਰਕੇ ਕਿ 6 ਮਹੀਨਿਆਂ ਦੀ ਸੀ ਜਦੋਂ ਸਾਡੀ ਮਾਂ ਨੂੰ ਰੱਬ ਦਾ ਸੱਦਾ ਆ ਗਿਆ। ਸਾਡੇ ਨਾਨੇ ਨਾਨੀ ਨੂੰ ਸਾਡੇ ਜਾਂ ਆਪਣੇ ਜਵਾਈ ਤੇ ਤਰਸ ਆਇਆ ਤਾਂ ਉਹਨਾਂ ਘਰ ਵਸਾਉਣ ਲਈ ਸਾਡੀ ਮਾਸੀ ਦੇ ਆਨੰਦ ਪੜ੍ਹਾਏ ਤੇ ਸਾਡੀ ਮਾਂ ਬਣਾ ਕੇ ਤੋਰ ਦਿੱਤਾ। ਮੈਂ ਉਸੇ ਦੇ ਹੱਥਾਂ ਵਿੱਚ ਪਲੀ ਤੇ ਜਵਾਨ ਹੋਈ। ਅਗਲੇ ਸਾਲਾਂ ਵਿੱਚ ਮਾਸੀ ਦੀ ਕੁੱਖੋਂ ਸਾਡੀਆਂ 2 ਭੈਣਾਂ ਹੋਰ ਆ ਗਈਆਂ। ਬੇਸ਼ੱਕ ਮਾਸੀ ਦੇ ਸਾਡੇ ਪ੍ਰਤੀ ਵਿਹਾਰ ਤੇ ਉਂਗਲ ਤਾਂ ਨਹੀਂ ਸੀ ਉੱਠਦੀ, ਪਰ ਆਪਣੀ ਕੁੱਖ ਤੇ ਭੈਣ ਦੀ ਕੁੱਖ ਦਾ ਫਰਕ ਕਿਤੇ ਨਾ ਕਿਤੇ ਤਾਂ ਰਹਿ ਹੀ ਜਾਂਦਾ ਹੈ। ਖੈਰ, ਮੈਂ ਉਹ ਗੱਲਾਂ ਨਾ ਛੇੜਾਂ। ਮੈਂ 2010 ਵਿੱਚ +2 ਕਰ ਲਈ ਸੀ। ਕਾਲਜ ਜਾਣ ਨੂੰ ਬੜਾ ਜੀ ਕਰਿਆ ਕਰੇ, ਪਰ ਮਾਪੇ ਨਾ ਮੰਨੇ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ ਸੀ। ਮਾਪਿਆਂ ਤੋਂ ਪੁੱਛਿਆ ਕਿ ਜੇਕਰ ਕਹੋ ਤਾਂ ਪ੍ਰਾਈਵੇਟ BA ਕਰ ਲਵਾਂ। ਉਹ ਮੰਨ ਗਏ। ਮੇਰੀ ਸਹੇਲੀ ਮੀਤੋ ਸ਼ਹਿਰ ਰਹਿੰਦੀ ਸੀ ਤੇ ਉਸ ਤੋਂ ਪਤਾ ਕਰਨ ਤੇ ਕਿਤਾਬਾਂ ਲੈਣ ਲਈ ਬਠਿੰਡੇ ਗਈ ਸੀ। ਮੈਂ ਉਸ ਅਭਾਗੇ ਦਿਨ ਉਸਦੇ ਘਰੋਂ ਵਾਪਸੀ ਲਈ ਬੱਸ ਅੱਡੇ ਦਾ ਰਿਕਸ਼ਾ ਕੀਤਾ। ਥੋੜੀ ਦੂਰ ਗਏ ਸੀ ਕਿ ਟਰੱਕ ਤੋਂ ਬਚਦਿਆਂ ਰਿਕਸ਼ਾ ਸੱਜੇ ਪਾਸੇ ਨੂੰ ਪਲਟ ਗਿਆ। ਇਸ ਤੋਂ ਪਹਿਲਾਂ ਕਿ ਮੈਨੂੰ ਸਮਝ ਲੱਗਦੀ ਕਿ ਕੀ ਹੋ ਗਿਆ, ਇੱਕ ਸੋਹਣਾ ਸੁਨੱਖਾ ਮੁੰਡਾ ਮੈਨੂੰ ਉਠਾ ਕੇ ਪੁੱਛ ਰਿਹਾ ਸੀ, ਸੱਟ ਲੱਗੀ ਆ ਤਾਂ ਡਾਕਟਰ ਕੋਲ ਲੈ ਜਾ। ਅਗਲੇ ਪਲ ਉਹ ਮੇਰੇ ਕੱਪੜਿਆਂ ਤੋਂ ਮਿੱਟੀ ਝਾੜ ਰਿਹਾ ਸੀ। ਹੱਡੀਆਂ ਤਾਂ ਬਚ ਗਈਆਂ, ਪਰ ਗੁੱਝੀਆਂ ਸੱਟਾਂ ਲੱਗੀਆਂ ਸਨ। ਕੁਦਰਤੀ ਗੱਲ ਹੈ ਕਿ ਇਹੋ ਜਿਹੇ ਮੌਕਿਆਂ ਤੇ ਕੰਮ ਆਉਣ ਵਾਲੇ ਆਪਣੇ ਲੱਗਣ ਲੱਗਦੇ ਨੇ। ਉਹ ਮੋਟਰਸਾਈਕਲ ਪਿੱਛੇ ਬਿਠਾ ਕੇ ਮੈਨੂੰ ਬੱਸ ਅੱਡੇ ਲਾ ਆਇਆ ਤੇ ਮੇਰਾ ਫੋਨ ਨੰਬਰ ਲੈ ਗਿਆ। ਪਹਿਲੀ ਵਾਰ ਕਿਸੇ ਮਰਦ ਨੂੰ ਦੱਸਿਆ ਸੀ ਮੈਂ ਆਪਣਾ ਨੰਬਰ। ਅੱਜ ਇਹ ਕਹਿਣ 'ਚ ਝਿਜਕ ਨਹੀਂ ਕਿ ਉਸ ਦਿਨ ਮੈਂ ਆਪਣੀ ਬਰਬਾਦੀ ਸਹੇੜੀ ਸੀ। ਸਾਡੇ ਦੋਹਾਂ ਭੈਣਾਂ ਕੋਲ ਇੱਕੋ ਫੋਨ ਸੀ, ਜੋ ਉਸਦਾ ਫੋਨ ਆਉਣ ਕਰਕੇ ਬਾਅਦ ਵਿੱਚ ਜ਼ਿਆਦਾ ਮੇਰੇ ਕੋਲ ਰਹਿਣ ਲੱਗਾ। ਹਰ ਦੂਜੇ ਤੀਜੇ ਦਿਨ ਫੋਨ ਤੇ ਹਾਲ ਚਾਲ ਪੁੱਛਣ ਤੋਂ ਸ਼ੁਰੂ ਹੋਇਆ ਸਿਲਸਿਲਾ ਮਹੀਨੇ ਕੋ ਬਾਅਦ ਮਿਲਣ ਦੀ ਤਾਂਘ ਤੱਕ ਅੱਪੜ ਗਿਆ। ਸੱਚ ਕਹਿੰਨੀ ਆ ਅੰਕਲ, ਉਸ ਤੋਂ ਪਹਿਲਾਂ ਕਿਸੇ ਮੁੰਡੇ ਪ੍ਰਤੀ ਨੇੜਤਾ ਤਾਂ ਦੂਰ ਦੀ ਗੱਲ, ਮੇਰੇ ਮਨ ਵਿੱਚ ਇਹੋ ਜਿਹੇ ਖਿਆਲ ਕਦੇ ਨਹੀਂ ਸੀ ਆਏ। ਤੈਨੂੰ ਵੇਖਣਾ ਚਾਹੁੰਦਾ ਇੱਕ ਵਾਰ ਫੇਰ। ਉਸਦੇ ਤਰਲੇ ਮੂਹਰੇ ਮੈਂ ਮੋਮ ਬਣ ਗਈ। ਸਹੇਲੀ ਤੇ ਕਿਤਾਬਾਂ ਦੇ ਬਹਾਨੇ ਬਠਿੰਡੇ ਚਲੀ ਗਈ। ਇੱਕ ਪਾਰਕ ਵਿੱਚ ਅਸੀਂ 2 ਤੋਂ 3 ਘੰਟੇ ਬੈਠੇ ਰਹੇ। ਉਹ ਬੋਲਦਾ ਰਿਹਾ, ਮੈਂ ਸੁਣਦੀ ਰਹੀ। ਉਸ ਦੀਆਂ ਕਈ ਪੁੱਛਾਂ ਦੇ ਜਵਾਬ ਵਿੱਚ ਮੈਂ ਸਰਸਰੀ ਜਿਹਾ ਸਿਰ ਹਿਲਾ ਦਿੰਦੀ, ਜਿਸ ਨੂੰ ਉਹ ਮੇਰੀ ਸਹਿਮਤੀ ਸਮਝਦਾ। ਫੋਨ ਤੇ ਲੰਮੀਆਂ ਗੱਲਾਂ ਕਰਕੇ ਉਸਨੇ ਮੇਰਾ ਬ੍ਰੇਨ ਵਾਸ਼ ਕਰਕੇ ਵਸ ਕਰ ਲਿਆ ਸੀ। ਇਸੇ ਕਾਰਨ ਅਗਲੀ ਮਿਲਣੀ ਵਿੱਚ ਉਹ ਮੈਨੂੰ ਸਿੱਧਾ ਹੋਟਲ ਦੇ ਕਮਰੇ 'ਚ ਲੈ ਗਿਆ। ਹੋਟਲ ਕਮਰਿਆਂ ਵਿੱਚ ਔਰਤਾਂ ਨੂੰ ਕਾਹਦੇ ਲਈ ਲਿਜਾਇਆ ਜਾਂਦਾ ਹੈ, ਦੱਸਣ ਦੀ ਲੋੜ ਨਹੀਂ। ਮੇਰੇ ਲਈ ਉਹ ਮਿਲਣੀ ਹੋਟਲ ਕਾਂਡ ਬਣ ਕੇ ਰਹਿ ਗਈ। ਹੁਣ ਪਛਤਾਉਂਦੀ ਹਾਂ, ਕਾਸ਼ ਉਹ ਦਿਨ ਚੜ੍ਹਿਆ ਹੀ ਨਾ ਹੁੰਦਾ। ਉਸੇ ਰਾਤ ਹਾਲਤ ਖਰਾਬ ਹੋਣ ਕਾਰਨ ਮੈਂ ਪਹਿਲੀ ਵਾਰ ਕਿਸੇ ਹਸਪਤਾਲ ਦੇ ਬੈੱਡ ਤੇ ਪਈ ਸੀ। ਠੀਕ ਹੋਣ ਨੂੰ 2 ਦਿਨ ਲੱਗ ਗਏ। ਘਰਦਿਆਂ ਕੋਲ ਸਹੇਲੀ ਕੋਲਾਂ ਵਾਲਾ ਝੂਠ ਬੋਲਿਆ ਤੇ ਉਹਨਾਂ ਦਿਨਾਂ ਵਿੱਚ ਮਹਿਸੂਸ ਕੀਤਾ ਕਿ ਮਾਪਿਆਂ ਨਾਲ ਝੂਠ ਬੋਲਣਾ ਤੇ ਗੱਲਾਂ ਲੁਕਾਉਣਾ ਵਧੀ ਜਾ ਰਿਹਾ ਹੈ। ਪਰ ਹਰਪਾਲ ਵੱਲੋਂ ਪਰੋਸੀ ਜਾਂਦੀ ਆਪਣਤ ਮੂਹਰੇ
ਮੈਂ ਹਥਿਆਰ ਸੁੱਟਦੀ ਜਾ ਰਹੀ ਸੀ। ਕਿਤਾਬਾਂ ਵਿੱਚ ਪੜ੍ਹਦੇ ਹੁੰਦੇ ਸੀ, ਇਸ਼ਕ ਮੁਸ਼ਕ ਕਦੇ ਨਾ ਰਹਿਣ ਗੁੱਝੇ, ਪਰ ਜਵਾਨੀ ਦੇ ਜ਼ੋਰ ਅੱਗੇ ਮਨ ਨੇ ਇਹ ਗੱਲ ਮੰਨਣ ਤੋਂ ਮੁਨਕਰ ਹੋ ਜਾਣਾ। ਪਤਾ ਉਦੋਂ ਲੱਗਦਾ ਹੈ ਜਦੋਂ ਵਾਹ ਪਏ ਜਾਂ ਉਸ ਰਾਹ ਪਈਏ। ਘਰਦਿਆਂ ਦੀਆਂ ਅੱਖਾਂ ਤੇ ਕੰਨ ਬੰਦ ਨਹੀਂ ਸਨ। ਜਵਾਨ ਹੁੰਦੀ ਹਰ ਕੁੜੀ ਦੇ ਮਾਪੇ ਫਿਕਰਮੰਦ ਹੁੰਦੇ ਨੇ। ਅਸੀਂ ਤੇ 4 ਭੈਣਾਂ ਸਾਂ, ਇੱਕੋ ਜੀਆਂ। ਕੁਝ ਮਹੀਨਿਆਂ ਵਿੱਚ ਮੇਰੀ ਕਰਤੂਤ ਵਾਲੀ ਬਿੱਲੀ ਥੈਲਿਓਂ ਬਾਹਰ ਆ ਕੇ ਸਾਡੇ ਆਂਢ ਗੁਆਂਢ ਤੱਕ ਮਿਆਉ ਮਿਆਉ ਕਰਨ ਲੱਗੀ। ਮੇਰੇ ਮਾਪਿਆਂ ਸਿਆਣਪ ਕੀਤੀ। ਕੁਝ ਦਿਨਾਂ ਵਿੱਚ ਮਾਨਸੇ ਜ਼ਿਲ੍ਹੇ ਦੇ ਚੰਗੇ ਘਰ ਦਾ ਮੁੰਡਾ ਲੱਭ ਕੇ ਮੇਰਾ ਰਿਸ਼ਤਾ ਤੈਅ ਕਰਕੇ 18 ਸਾਲ ਦੀ ਹੁੰਦਿਆਂ ਹੀ ਵਿਆਹ ਕਰ ਦਿੱਤਾ। ਉੱਥੇ ਮੇਰੇ ਪਤੀ ਤੇ ਉਸਦੇ ਮਾਪਿਆਂ ਨੇ ਇੰਨਾ ਪਿਆਰ ਤੇ ਮਾਣ ਇੱਜ਼ਤ ਦਿੱਤੀ ਜਿਸ ਦੀ ਰੀਝ ਤਾਂ ਹਰ ਕੁੜੀ ਕਰਦੀ ਹੈ, ਪਰ ਮਿਲਦਾ ਕਿਸੇ ਕਰਮਾਂ ਵਾਲੀ ਨੂੰ ਆ। ਅੰਕਲ ਜੀ, ਮੈਂ ਕਹਾਂ ਕਿ ਉਹ ਘਰ ਮੇਰੇ ਲਈ ਸਵਰਗ ਸੀ ਤਾਂ ਗਲਤ ਨਹੀਂ ਕਹਿ ਰਹੀ ਹੋਵਾਂਗੀ, ਪਰ ਰਿਕਸ਼ੇ ਤੋਂ ਡਿੱਗਣਾ ਮੇਰੀ ਜ਼ਿੰਦਗੀ ਲਈ ਇੰਨਾ ਘਾਤਕ ਸਾਬਤ ਹੋਵੇਗਾ ਸੋਚ ਕੇ ਮੇਰਾ ਰੋਮ ਰੋਮ ਪੁਕਾਰਨ ਲੱਗਦਾ ਕਿ ਰੱਬਾ, ਕਿਸੇ ਧਿਆਣੀ ਨਾਲ ਇੰਜ ਕਦੇ ਨਾ ਵਾਪਰੇ। 6-7 ਮਹੀਨੇ ਲੰਘੇ ਸੀ ਕਿ ਪਤਾ ਨਹੀਂ ਉਸਨੇ ਕਿਵੇਂ ਪਤਾ ਲਾ ਲਿਆ ਮੇਰੇ ਸਹੁਰੇ ਪਿੰਡ ਦਾ। ਇੱਕ ਦਿਨ ਆਣ ਵੜਿਆ ਸਾਡੇ ਘਰ। ਵੇਖਦੇ ਸਾਰ ਮੇਰੇ ਤਾਂ ਹੱਥ ਪੈਰ ਸੌਂ ਗਏ ਤੇ ਦਿਮਾਗ ਸੁੰਨ ਹੋ ਗਿਆ। ਥੋੜਾ ਸੰਭਲੀ ਤਾਂ ਆਪਣੀ ਮਾਂ ਤੋਂ ਚੰਗੀ ਸੱਸ ਮੂਹਰੇ ਪਹਿਲਾਂ ਝੂਠ ਬੋਲਣਾ ਪਿਆ ਕਿ ਉਹ ਮੇਰੀ ਸਹੇਲੀ ਦਾ ਭਰਾ ਵਾ। ਉਸ ਦਿਨ ਤੋਂ ਮੇਰੀ ਖੁਸ਼ੀ ਪੁੱਠੇ ਗੇਰ ਪੈ ਗਈ। ਜ਼ਹਿਰ ਘੋਲਣ ਲੱਗ ਪਿਆ। ਕਦੇ ਫੋਨ ਕਰਦਾ ਤੇ ਕਦੇ ਮੂੰਹ ਚੁੱਕ ਆਪ ਆਣ ਵੜਦਾ। ਸਹੁਰੇ ਕਿੰਨੀ ਕੁ ਦੇਰ ਸਹਾਰਦੇ। ਪਿੰਡ ਵਿੱਚ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ ਤੇ ਮੈਨੂੰ ਪੇਕੇ ਵੇਚਦਾ। ਕਿੱਥੇ ਭਗਤੇ ਭਾਈ ਕੇ ਕੋਲ ਹਰਪਾਲ ਦਾ ਘਰ ਤੇ ਕਿੱਥੇ ਬਠਿੰਡੇ ਜ਼ਿਲ੍ਹੇ 'ਚ ਸਾਡਾ ਪਿੰਡ। ਪੇਕੇ ਆਈ ਤੇ ਪਤਾ ਨਹੀਂ ਕੀ ਜਾਦੂ ਕੀਤਾ। ਇੱਕ ਵਾਰ ਫਿਰ ਮਾਪਿਆਂ ਦੀ ਪੱਗ ਰੋਲ ਕੇ ਬੈਠ ਗਈ ਇਸਦੇ ਮੋਟਰਸਾਈਕਲ ਉੱਤੇ, ਪਰ ਇਸਨੇ ਮੈਨੂੰ ਸੁਖਾਨੰਦ ਵਿਖਾਉਣ ਦੀ ਥਾਂ ਹਜੂਰ ਸਾਹਿਬ ਜਾਣ ਵਾਲੀ ਗੱਡੀ ਚਾੜ ਲਿਆ। 12-13 ਦਿਨ ਅਸੀਂ ਉੱਥੇ ਰਹੇ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਤਾ ਨਹੀਂ ਮੇਰੇ ਨਾਲ ਕੀ ਝੂਠ ਬੋਲਦਾ ਰਿਹਾ ਉੱਥੇ, ਪਰ ਕੁਝ ਭੇਦ ਖੁੱਲ੍ਹਣੇ ਸ਼ੁਰੂ ਹੋ ਗਏ। ਮੇਰੇ ਤੋਂ 17 ਸਾਲ ਵੱਡਾ ਤੇ ਮੇਰੇ ਤੋਂ 2 ਸਾਲ ਛੋਟੀ ਧੀ ਦਾ ਬਾਪ ਹੋਣ ਬਾਰੇ ਮੈਨੂੰ ਉੱਥੇ ਹੀ ਪਤਾ ਲੱਗਾ ਸੀ। ਉੱਥੇ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਨੇੜਤਾ ਲਈ ਇਹਨੂੰ ਕੈਪਸੂਲ ਖਾਣੇ ਪੈਂਦੇ ਨੇ, ਪਰ ਇਸ ਦੇ ਉੱਤੇ ਬਣੇ ਭਰੋਸੇ ਕਾਰਨ ਮੈਂ ਇਸ ਦੇ ਕੁਫਰ ਨੂੰ ਸੱਚ ਮੰਨ ਲੈਂਦੀ ਰਹੀ। ਜਦ ਵਿਆਹ ਬਾਰੇ ਕਹਿੰਦੀ ਤਾਂ ਤਲਾਕ ਦੇ ਅੜਿੱਕੇ ਕਹਿ ਕੇ ਟਾਲ ਦਿੰਦਾ। ਮੇਰੇ ਮਾਪਿਆਂ ਵੱਲੋਂ ਲਿਖਵਾਏ ਪੰਚਾਇਤੀ ਤਲਾਕ ਨੂੰ ਇਹ ਕਾਨੂੰਨੀ ਨਹੀਂ ਕਹਿ ਕੇ ਰੱਦ ਕਰ ਦਿੰਦਾ ਸੀ। ਕੁਝ ਸਾਲ ਇਸਨੇ ਮੈਨੂੰ ਬਠਿੰਡੇ ਪੀਜੀ ਵਿੱਚ ਰੱਖਿਆ। ਇਸ ਦੀ ਮਾਂ ਮੈਨੂੰ ਮਿਲਦੀ ਤੇ ਆਪਣੀ ਪਰਮ ਨੂੰ ਇਸ ਦੀ ਵਹੁਟੀ ਬਾਰੇ ਬੁਰਾ ਭਲਾ ਕਹਿੰਦੀ ਰਹਿੰਦੀ। ਆਪਣੇ ਪੁੱਤ ਦਾ ਪੱਖ ਪੂਰਦਿਆਂ ਉਹ ਅਕਸਰ ਕਹਿੰਦੀ ਕਿ ਬਰਾੜ ਕੌਲ ਕਰਾਰਾਂ ਦੇ ਪੱਕੇ ਹੁੰਦੇ ਆ। ਉਂਝ ਕੌਲ ਕਰਾਰਾਂ ਦਾ ਪੱਕਾ ਹੋਣ ਦਾ ਪਤਾ ਤਾਂ ਮੈਨੂੰ ਇਸ ਨਾਲ ਰਹਿੰਦਿਆਂ ਸਾਲ ਕੁ ਬਾਅਦ ਹੀ ਲੱਗ ਗਿਆ ਸੀ। ਜਦ ਅਸੀਂ ਸ਼ਿਮਲੇ ਗਏ ਸੀ, ਕੁਫਰੀ ਕੋਲ ਇੱਕ ਪਹਾੜਨ ਇਸ ਵੱਲ ਵੇਖ ਕੇ ਹੱਸੀ ਤਾਂ ਸ਼ਾਇਦ ਇਸ ਕਰਕੇ ਹੋ ਕਿ ਧੀਆਂ ਵਰਗੀ ਜਵਾਕੜੀ ਫਸਾਈ ਫਿਰਦਾ, ਪਰ ਇਹ
ਉਸ ਤੇ ਹੀ ਰਾਲਾਂ ਸੁੱਟਣ ਲੱਗਾ। ਇੱਕ ਵਾਰ ਅਸੀਂ ਮਸੂਰੀ ਗਏ ਤਾਂ ਸਿਪਾਹੀ ਤੇ ਦਬਕੇ ਮੂਹਰੇ ਇਸ ਦੀ ਪੈਂਟ ਗਿੱਲੀ ਹੋਣ ਲੱਗ ਪਈ ਸੀ। ਉਸ ਵੇਲੇ ਮੇਰੇ 'ਚ ਹੀ ਪਤਾ ਨਹੀਂ ਕਿੱਥੋਂ ਇੰਨਾ ਹੌਸਲਾ ਆਇਆ ਕਿ ਉਸਨੂੰ SSP ਨਾਲ ਗੱਲ ਕਰਵਾਉਣ ਬਾਰੇ ਕਹਿ ਕੇ ਉਸ ਤੋਂ ਮਾफ़ੀ ਮੰਗਵਾ ਲਈ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਵੀ ਕੋਸਿਆ ਕਰਨਾ ਕਿ ਇਸ ਦੀ ਵਹੁਟੀ ਦੇ ਰਾਹ ਵਿੱਚ ਕੰਢੀ ਬੀਜ ਰਹੀਆਂ, ਪਰ ਇਸ ਦੇ ਵਿਆਹਿਆ ਹੋਣ ਦਾ ਪਤਾ ਤਾਂ ਮੈਨੂੰ ਉਸ ਵੇਲੇ ਲੱਗਾ ਜਦ ਪਾਣੀ ਕਈ ਪੁੱਲਾਂ ਹੇਠੋਂ ਲੰਘ ਚੁੱਕਾ ਸੀ। ਕਈ ਵਾਰ ਸੋਚਦੀ ਹਾਂ, ਕਾਸ਼ ਮੇਰੀ ਅਕਲ ਤੇ ਪਰਦਾ ਨਾ ਪੈਂਦਾ। ਇਸ ਦੇ ਕੈਨੇਡਾ ਭੇਜਣ ਦੇ ਵਾਅਦੇ ਤੇ ਮੈਂ ਆਇਲਸ ਕਰ ਲਈ। 2016 ਵਿੱਚ ਮਾਂ ਪੁੱਤ ਨੇ ਇੱਕ ਸਾਜ਼ਿਸ਼ ਤਹਿਤ ਮੇਰੇ ਬੈਂਕ ਖਾਤੇ ਵਿੱਚ 15 ਲੱਖ ਜਮ੍ਹਾਂ ਕਰਵਾਉਣ ਦੇ ਨਾਂ ਤੇ ਧੋਖੇ ਨਾਲ ਪਹਿਲਾਂ ਲਿਖਵਾ ਕੇ ਲਿਆਂਦੇ ਰਾਜ਼ੀਨਾਮੇ ਉੱਤੇ ਮੇਰੇ ਦਸਤਖਤ ਕਰਵਾ ਲਏ। ਬਾਅਦ ਵਿੱਚ ਕੈਨੇਡਾ ਵਾਸਤੇ ਏਜੰਟ ਨੂੰ ਦੇਣ ਬਾਰੇ ਕਹਿ ਕੇ ਰਕਮ ਬੈਂਕ ਵਿੱਚੋਂ ਕਢਵਾ ਲਈ। ਬਾਅਦ ਵਿੱਚ ਕਹਿਤਾ ਏਜੰਟ ਧੋਖਾ ਕਰ ਗਿਆ। ਉਸ ਤੋਂ ਬਾਅਦ ਵੀ ਹਰਪਾਲ ਮੇਰੇ ਨਾਲ ਪਤੀ ਵਾਂਗ ਰਹਿੰਦਾ ਰਿਹਾ। ਮੇਰੇ ਕੋਲ ਹੋਰ ਆਸਰਾ ਵੀ ਨਹੀਂ ਸੀ ਬਚਿਆ। ਕਿੱਥੇ ਜਾਂਦੀ? 2018 ਵਿੱਚ ਇਸਨੇ ਜਾਣ ਬੁੱਝ ਕੇ ਮੈਨੂੰ ਪ੍ਰੈਗਨੈਂਟ ਕਰਤਾ ਤੇ ਆਪ ਵਿਜ਼ਟਰ ਵੀਜ਼ੇ ਤੇ ਕੈਨੇਡਾ ਚਲਾ ਗਿਆ। ਮੈਂ ਵਿਨੀਪੈਗ ਤੋਂ ਪਤਾ ਕਰਵਾਇਆ। ਇਸਨੇ ਉੱਥੇ ਝੂਠ ਬੋਲ ਕੇ ਵਰਕ ਪਰਮਿਟ ਲਿਆ ਹੋਇਆ ਤੇ ਵਿਨੀਪੈਗ ਰਹਿ ਰਿਹਾ। ਇੱਧਰ ਪੰਜਾਬ ਵਿੱਚ ਮੈਂ ਇਨਸਾਫ ਲਈ ਬਥੇਰੀਆਂ ਟੱਕਰਾਂ ਮਾਰੀਆਂ, ਪਰ ਕਿਸੇ ਨੇ ਮੇਰੀ ਗੱਲ ਨਾ ਸੁਣੀ। ਸੁਣਦੇ ਵੀ ਕਿਉਂ? ਬਿਪਤਾ ਵਾਲੀ ਖੱਡ ਪੁੱਟਣ ਦਾ ਪਹਿਲਾ ਟੱਕ ਤਾਂ ਮੈਂ ਆਪੇ ਹੀ ਲਾਇਆ ਸੀ। ਇਸ ਨੂੰ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਕੇ ਖੱਡ ਨੂੰ ਡੂੰਘਾ ਕਰਨ ਵਾਲੇ ਅਗਲੇ ਟੱਕ ਇਸ ਦੇ ਝੂਠੇ ਭਰੋਸੇ ਲਵਾਉਂਦੇ ਰਹੇ। ਅਗਲੇ ਮਹੀਨੇ ਮੇਰੀ ਧੀ ਨੇ 1 ਸਾਲ ਦੀ ਹੋ ਜਾਣਾ। ਬੇਸ਼ੱਕ ਸਰਕਾਰੀ ਰਿਕਾਰਡ ਵਿੱਚ ਉਹ ਇਸੇ ਦੀ ਧੀ ਅਖਵਾਊਗੀ, ਪਰ ਉਸਦੇ ਪਾਲਣ ਪੋਸ਼ਣ ਲਈ ਪੈਸਿਆਂ ਦੀਆਂ ਪੰਡਾਂ ਚਾਹੀਦੀਆਂ ਨੇ। ਉਹ ਮੈਂ ਕਿੱਥੋਂ ਲਿਆਊਂ? ਉਹ ਪਾਪਾ ਨੂੰ ਮਿਲਵਾਉਣ ਲਈ ਕਹੇਗੀ। ਕੀ ਕਹੂੰਗੀ ਮੈਂ ਉਸਨੂੰ ਕਿ ਤੂੰ ਇੱਕ ਧੋਖੇਬਾਜ਼ ਬਾਪ ਦਾ ਖੂਨ ਹੈ? ਵੱਡੀ ਹੋ ਕੇ ਉਹ ਇਹ ਸਵਾਲ ਵੀ ਜ਼ਰੂਰ ਕਰੂ ਕਿ ਮੈਂ ਉਸਦਾ ਬਚਪਨ ਕਿਸੇ ਬਜ਼ੁਰਗ ਦੀ ਸੰਭਾਲ ਵੱਲ ਧਿਆਨ ਦੇ ਕੇ ਕਿਉਂ ਰੁਲਿਆ। ਇਹ ਤਾਂ ਉਸ ਬਜ਼ੁਰਗ ਦੀ ਮਿਹਰਬਾਨੀ ਆ ਕਿ ਸੇਵਾ ਸੰਭਾਲ ਬਦਲੇ ਉਹ ਮਾਂ ਧੀ ਦੇ ਰਹਿਣ ਸਹਿਣ ਦਾ ਖਰਚਾ ਕਰ ਰਿਹਾ। ਅੰਕਲ, ਇੱਥੇ ਮੈਨੂੰ ਤੂੜੀ ਦੀ ਗਤੀ ਤੇ ਮੱਝ ਦੇ ਰੱਜ ਵਾਲੀ ਕਹਾਵਤ ਆਪਣੇ ਤੇ ਟੁਕਦੀ ਲੱਗਦੀ ਆ। ਪਤਾ ਨਹੀਂ ਕਿੰਨੀ ਕੁ ਹਿੰਮਤ ਕਰਕੇ ਜੱਸੀ ਨੇ ਆਪਣੀ ਹੱਡ ਬੀਤੀ ਸੁਣਾਈ ਸੀ। ਆਪਣੇ ਹੌਕੇ ਕਿੱਥੇ ਦਬਾ ਕੇ ਰੱਖੇ ਹੋਣਗੇ ਉਸਨੇ ਆਪਣੇ ਅਤੀਤ ਦੇ ਕਾਲੇ ਵਰਕੇ ਫੋਲਦਿਆਂ। ਚੰਗਾ ਅੰਕਲ, ਬਾਕੀ ਕਦੇ ਫੇਰ ਸਹੀ, ਇਹ ਕਹਿ ਕੇ ਜੱਸੀ ਦਾ ਫੋਨ ਕੱਟਿਆ ਗਿਆ। ਮੈਨੂੰ ਲੱਗਿਆ ਜੱਸੀ ਨੇ ਤਾਂ ਵਕਤੀ ਤੌਰ ਤੇ ਮਨ ਦਾ ਭਾਰ ਹਲਕਾ ਕਰ ਲਿਆ, ਪਰ ਸਾਡੇ ਦੋਹਾਂ ਦੀਆਂ ਅੱਖਾਂ ਮੂਹਰੇ ਮਨੁੱਖੀ ਨੀਚਤਾ ਤੇ ਭਰੋਸੇ ਦੇ ਘਾਣ ਵਾਲੇ ਵੱਡੇ ਸਵਾਲਾਂ ਦਾ ਢੇਰ ਲਾ ਗਈ। ਸਾਡੇ ਦੋਹਾਂ ਚੋਂ ਸ਼ਾਇਦ ਹੀ ਕੋਈ ਕਿਸੇ ਇੱਕ ਸਵਾਲ ਦਾ ਜਵਾਬ ਲੱਭ ਸਕੇ। ਮੈਂ ਕਸ਼ਮੀਰੇ ਵੱਲ ਵੇਖਿਆ। ਹੰਝੂ ਪੂੰਝਦੇ ਉਸਦਾ ਰੁਮਾਲ ਭਿੱਜਿਆ ਹੋਇਆ ਸੀ। ਮੈਂ ਪਤਨੀ ਨੂੰ ਫਿਰ ਤੋਂ ਚਾਹ ਬਾਰੇ ਕਹਿਣ ਲਈ ਗਰਦਨ ਘੁਮਾਈ। ਉਸਦੀਆਂ ਅੱਖਾਂ ਲਾਲ ਤੇ ਚਿਹਰਾ ਇੰਜ ਮੁਰਝਾ ਗਿਆ ਸੀ ਕਿ ਜਿਵੇਂ ਕਦੋਂ ਦੀ ਬਿਮਾਰ ਹੋਵੇ। ਮੇਰੇ ਫੋਨ ਤੇ ਵੀਡੀਓ ਕਾਲ ਸਪੀਕਰ ਤੇ ਸੈੱਟ ਹੋਈ ਹੋਣ ਕਰਕੇ ਪਤਨੀ ਨੇ ਜੱਸੀ ਦੀ ਸਾਰੀ ਗੱਲ ਸੁਣ ਲਈ ਸੀ। ਜਾਣ ਲੱਗਿਆਂ ਕਸ਼ਮੀਰ ਕਹਿੰਦਾ, ਭਾਈ ਅੱਜ ਤਾਂ ਯਾਰ ਮਾਰ ਦੇ ਮਤਲਬ ਨੇ ਮੇਰੇ ਕਵਾੜ ਖੋਲਤੇ। ਮੈਂ ਤਾਂ ਆਪਣੇ ਪੁੱਤ ਪੋਤਰਿਆਂ ਨੂੰ ਵੀ ਕਹਿ ਕੇ ਜਾਊਂ ਕਿ ਭੁੱਖੇ ਰਹਿ ਲਿਓ, ਪਰ ਕਦੇ ਯਾਰ ਮਾਰ ਨਾ ਕਰਿਓ ਕਿਸੇ ਨਾਲ।
ਕਹਾਣੀ ਦਾ ਵਿਸ਼ਾ, ਪਾਤਰਾਂ ਦੇ ਨਾਮ ਤੇ ਸਥਾਨ ਕਾਲਪਨਿਕ ਹਨ। ਕਿਸੇ ਨਾਲ ਮੇਲ ਖਾ ਜਾਣ ਤਾਂ ਇਤਿਫਾਕ ਮੰਨਿਆ ਜਾਵੇ। ਕਹਾਣੀ ਸਮਾਜ ਵਿੱਚ ਵਿਚਰਦੇ ਸੱਚ ਨੂੰ ਰੂਪਮਾਨ ਕਰਦੀ ਹੈ।